ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰਦੇਵ ਜੀ ਨੇ ਜੋ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ ਹੈ, ਸੋਰਠ ਮਹੱਲਾ ਪੰਜਵਾ। ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਬੇਰੋ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਇਸ ਸ਼ਬਦ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ ਕਿ ਦੋ ਸ਼ਬਦ, ਇੱਕ ਹੁੰਦਾ ਫਾਹੀ, ਇੱਕ ਹੁੰਦਾ ਫੰਦਾ। ਫੰਦਾ ਹੁੰਦਾ ਜਿਹੜਾ ਸ਼ਬਦ, ਉਹਦਾ ਮਤਲਬ ਬਈ ਉਹ ਕੜਿੱਕੀ ਹੁੰਦੀ ਆ ਜਿਹੜੀ ਵਿੱਚ ਜਾਨਵਰ ਜਾਂ ਜੀਵ ਫਸਦਾ ਹੈ। ਫਾਹੀ ਉਸ ਜਾਨਵਰ ਨੂੰ, ਉਸ ਜੀਵ ਨੂੰ ਫਸਾਉਣ ਦੀ ਕਿਰਿਆ ਦਾ ਨਾਮ ਫਾਹੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨੇ ਕਿ ਪ੍ਰਾਨੀ ਕਛੂ ਨਾ ਚੇਤਈ, ਮਦ ਮਾਇਆ ਕੈ ਅੰਧ। ਅੰਧਾ ਹੋ ਕੇ ਇਨਸਾਨ, ਗਿਆਨ ਤੋਂ ਵਿਹੂਣਾ ਹੋ ਕੇ ਇਨਸਾਨ ਕਛੂ ਨਾ ਚੇਤਈ, ਚੇਤੇ 'ਚ ਨਹੀਂ ਲਿਆਉਂਦਾ, ਧਿਆਨ ਨਹੀਂ ਧਰਦਾ ਹੈਗਾ ਉਸ ਪਾਸੇ ਨੂੰ ਕਿ ਮੇਰੇ ਜੀਵਨ ਦਾ ਪਰਪਜ ਕੀ ਆ। ਗੁਰਦੇਵ ਜੀ ਕਹਿੰਦੇ ਕਿ ਕਹੋ ਨਾਨਕ ਬਿਨ ਹਰ ਭਜਨ, ਪਰਤ ਤਾਹੇ ਜਮ ਫੰਦ। ਫੰਦ ਦਾ ਮਤਲਬ ਰੱਸੀ ਤੇਰੇ ਗਲੇ ਵਿੱਚ ਪੈਣੀ ਆ। ਜਮਾਂ ਦੀ ਜਿਹੜੀ ਰੱਸੀ ਆ ਨਾ, ਉਹ ਭਾਈ ਤੇਰੇ ਗਲੇ ਵਿੱਚ ਪੈਣੀ ਆ। ਗੁਰਦੇਵ ਜੀ ਕਹਿੰਦੇ ਕਿ ਮਨ ਮਾਇਆ ਮੈਂ ਫਦ ਰਹੇ ਹੋ। ਹੁਣ ਇਹ ਫਸਿਆ ਹੋਇਆ, ਫਾਹੀ ਦੇ ਵਿੱਚ ਫਸਿਆ ਹੋਇਆ ਮਨ ਕਾਹਦੇ ਵਿੱਚ ਫਸਿਆ ਹੋਇਆ ਜੀ? ਜਿਵੇਂ ਕੋਈ ਜਾਨਵਰ ਕੜਕੀ ਦੇ ਵਿੱਚ ਜਾ ਕੇ ਫਸ ਜਾਂਦਾ। ਮਨ ਮਾਇਆ ਮੈਂ ਫਦ ਰਹੇ ਹੋ, ਫਸ ਗਿਆ। ਭਾਵ ਇਹ ਜਿਹੜਾ ਮਨ ਆ, ਗੁਰਦੇਵ ਜੀ ਕਹਿੰਦੇ ਕਿ ਇਹ ਭਾਈ ਮਾਇਆ ਦੇ ਵਿੱਚ ਫਸ ਗਿਆ। ਪਰ ਕਦੋਂ ਫਸਿਆ ਗੁਰਦੇਵ ਜੀ? ਵਿਸਰਿਓ ਗੋਬਿੰਦ ਨਾਮ। ਜਿਵੇਂ ਹੀ ਇਸ ਨੇ ਪਰਮਾਤਮਾ ਦਾ ਨਾਮ, ਅਕਾਲ ਪੁਰਖ ਦਾ ਨਾਮ ਵਿਸਾਰ ਦਿੱਤਾ ਅਤੇ ਇਹ ਮਾਇਆ ਦੇ ਵਿੱਚ ਫਸ ਗਿਆ। ਇਹਦੇ ਫਸਣ ਦਾ ਕਾਰਨ ਕੀ ਆ? ਪੰਕਜ, ਪੰਕਜ ਹੋ ਗਿਆ ਗਾਰਾ, ਚਿੱਕੜ, ਦਲਦਲ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਤਹਿ ਦਾ ਮਤਲਬ ਹੋ ਗਿਆ ਉਹ ਸਾਹਮਣੇ ਵਾਲੇ ਲੋਕ, ਹੈ ਨਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਦਿਖਾ ਰਹੇ ਨੇ ਵੀ ਕੌਣ ਕੌਣ ਡੁੱਬ ਗਏ ਇਸ ਸੰਸਾਰ ਦੇ ਵਿੱਚ, ਦਲਦਲ ਦੇ ਵਿੱਚ ਕੌਣ ਕੌਣ ਡੁੱਬ ਗਏ। ਜਦੋਂ ਸਾਡਾ ਮੋਹ ਪੰਕਜ ਬਣ ਗਿਆ, ਗਾਰਾ ਬਣ ਗਿਆ, ਭਾਵ ਕਿ ਜਿਹੜਾ ਮੋਹ ਸੀ, ਜਦੋਂ ਮੋਹ ਵਿਕਾਰ ਬਣ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਮੋਹ ਨੂੰ ਚੰਗਾ ਵੀ ਕਿਹਾ ਹੋਇਆ ਕਈ ਥਾਵਾਂ ਦੇ ਉੱਤੇ। ਉਹ ਕਹਿੰਦੇ ਨੇ ਕਿ ਕੁਰਬਾਨ ਕੀਤਾ ਤਿਸੇ ਵਿਟੋਂ, ਜਿਨ ਮੋਹ ਮਿੱਠਾ ਲਾਇਆ। ਜੇ ਮੋਹ ਨਾ ਹੋਵੇ, ਮਹਾਰਾਜ ਕਹਿੰਦੇ, ਇੱਕ ਮਾਂ ਬੱਚੇ ਨੂੰ ਨਹੀਂ ਪਾਲੂਗੀ। ਹੁਣ ਜੇ ਸਾਡੇ ਵਿੱਚ ਮੋਹ ਨਾ ਹੋਵੇ ਕਿਸੇ ਦਾ, ਅਸੀਂ ਕਿਸੇ ਬੰਦੇ ਦੀ ਮਦਦ ਨਹੀਂ ਕਰਾਂਗੇ ਦਿਲ ਤੋਂ। ਜੇ ਸਾਡੇ ਵਿੱਚ ਮੋਹ ਨਾ ਹੋਵੇ ਕਿਸੇ ਦਾ, ਅਸੀਂ ਕਿਸੇ ਨੂੰ ਭੱਜ ਕੇ ਗਲੇ ਨਹੀਂ ਮਿਲਾਂਗੇ। ਸਾਡੇ ਸੰਸਾਰ ਦੇ ਵਿੱਚ ਚੰਗੇ ਵਰਤਾਰੇ ਦੇ ਵਾਸਤੇ ਮਹਾਰਾਜ ਕਹਿੰਦੇ ਕਿ ਮੋਹ ਦਾ ਹੋਣਾ ਬਹੁਤ ਜ਼ਰੂਰੀ ਆ। ਪਰ ਮੋਹ ਜਦੋਂ ਵਿਕਾਰ ਬਣ ਜਾਵੇ, ਜਦੋਂ ਚਿੱਕੜ ਬਣ ਜਾਵੇ, ਜਦੋਂ ਗਾਰਾ ਬਣ ਜਾਵੇ, ਜਦੋਂ ਦਲਦਲ ਬਣ ਜਾਵੇ। ਮੋਹ ਕਦੋਂ ਵਿਕਾਰ ਬਣਦਾ? ਜਦੋਂ ਅਸੀਂ ਇਸ ਦੀ ਸੀਮਾ ਤੋਂ ਗੁਜ਼ਰ ਜਾਂਦੇ ਹਾਂ, ਜਦੋਂ ਅਸੀਂ ਮੋਹ ਦੇ ਵਿੱਚ ਪੋਸੈਸਿਵਨੈਸ ਪਾ ਦਿੰਦੇ ਹਾਂ, ਜਦੋਂ ਅਸੀਂ ਮੋਹ ਦੇ ਵਿੱਚ ਆਪਣਾਪਣ, ਮੈਂ ਮੇਰੀ ਪਾ ਦਿੰਦੇ ਹਾਂ, ਮੇਰੀ ਪਾ ਦਿੰਦੇ ਹਾਂ, ਉਦੋਂ ਇਹ ਮੋਹ ਵਿਕਾਰ ਬਣ ਜਾਂਦਾ ਅਤੇ ਫਿਰ ਇਹ ਮੋਹ ਹੀ ਸਾਨੂੰ ਫੰਦਾ ਬਣ ਕੇ ਫਸਾ ਲੈਂਦਾ। ਗੁਰਦੇਵ ਜੀ ਕਹਿੰਦੇ ਨੇ ਕਿ ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਇਹ ਮੋਹ ਮਹਾਰਾਜ ਵਿਕਾਰ ਕਦੋਂ ਬਣ ਗਿਆ? ਮਨ ਏਕ ਨਾ ਚੇਤਸ। ਜਦੋਂ ਤੂੰ ਦੁਨੀਆਦਾਰੀ ਦੇ ਨਾਲ ਵਰਤਦਾ ਹੋਇਆ, ਤੇਰਾ ਧਿਆਨ ਵਾਹਿਗੁਰੂ ਦੇ ਵੱਲ ਨਹੀਂ ਸੀ ਹੈਗਾ। ਜਦੋਂ ਤੂੰ ਸੰਸਾਰ ਦੇ ਵਿੱਚ ਰਹਿੰਦਾ ਹੋਇਆ, ਤੇਰਾ ਧਿਆਨ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਸੀ ਹੈਗਾ। ਅਤੇ ਜਦੋਂ ਤੂੰ ਉਸ ਲੈਵਲ ਤੋਂ ਆ ਕੇ ਮੇਰੇਪਣ ਨਾਲ ਜੁੜ ਗਿਆ, ਮਨ ਏਕ ਨਾ ਚੇਤਸ ਮੂੜ ਮਨਾ, ਮੂੜ ਬਣੇ ਮੂਰਖ ਮਨਾ। ਜਦੋਂ ਤੂੰ ਸੰਸਾਰ ਦੇ ਵਿੱਚ ਵਰਤਦਾ ਹੋਇਆ, ਤੇਰਾ ਧਿਆਨ ਵਾਹਿਗੁਰੂ ਦੇ ਨਾਲ ਨਾ ਹੋਣ ਕਰਕੇ ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ। ਜਿਵੇਂ ਜਿਵੇਂ ਪਰਮਾਤਮਾ ਤੈਨੂੰ ਭੁੱਲਦਾ ਗਿਆ, ਤੇਰੇ ਅੰਦਰ ਮੇਰੀ ਆਉਂਦੀ ਗਈ। ਜਿਵੇਂ ਜਿਵੇਂ ਵਾਹਿਗੁਰੂ ਤੈਨੂੰ ਭੁੱਲਦਾ ਗਿਆ, ਤੇਰੇ ਅੰਦਰ ਮੇਰੀ ਆਉਂਦੀ ਗਈ। ਇਹ ਮੇਰੀ ਕਰਕੇ ਹਰ ਵਿਸਰਤ ਤੇਰੇ ਗੁਣ
ਗਲਿਆ। ਜਿਹੜੇ ਪਰਮਾਤਮਾ ਨੇ ਤੈਨੂੰ ਗੁਣ ਦੇ ਕੇ ਤੋਰੇ ਸੀ, ਜਿਹੜੇ ਪਰਮਾਤਮਾ ਨੇ ਤੈਨੂੰ ਇਨੋਸੈਂਸ ਦਾ ਸੁਭਾਅ ਦੇ ਕੇ ਤੋਰਿਆ ਸੀ, ਸਭ ਦੇ ਨਾਲ ਵਰਤਣ ਦਾ ਸੁਭਾਅ ਦੇ ਕੇ ਤੋਰਿਆ ਸੀ, ਉਹ ਤੇਰੇ ਗੁਣ ਭਾਈ ਗਲ ਗਏ। ਸੋ ਕਦੋਂ ਗਲ ਗਏ? ਵਿਸਰਿਓ ਗੋਬਿੰਦ ਨਾਮ, ਹਰ ਵਿਸਰਤ ਤੇਰੇ ਗੁਣ ਗਲਿਆ। ਕਹੋ ਨਾਨਕ ਬਿਨ ਹਰ ਭਜਨ, ਜੀਵਨ ਕੌਨੇ ਕਾਮ। ਜੇ ਇਹਦੇ ਵਿੱਚ ਵਾਹਿਗੁਰੂ ਦਾ ਨਾਮ ਨਾ ਆਇਆ ਨਾ, ਇਹ ਜੀਵਨ ਤੇਰਾ ਬੇਕਾਰ ਹੀ ਚਲਾ ਗਿਆ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ। ਕਿਉਂ ਨਹੀਂ ਮਾਨ ਮਿਟਿਆ ਜੀ? ਕਹਿੰਦੇ ਕਿਉਂਕਿ ਜਿਹੜਾ ਮਨ ਸੀ ਨਾ, ਉਹ ਦੁਰਮਤ ਦੀ ਫਾਹੀ ਨੇ ਫਦ ਲਿਆ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਓ ਪਰ ਭਗਵਾਨ। ਇੱਥੇ ਮਹਾਰਾਜ ਸਾਨੂੰ ਅਰਦਾਸ ਕਰਨ ਨੂੰ ਕਹਿੰਦੇ ਆ। ਇਨਸਾਨ ਫਾਹੀ ਦੇ ਵਿੱਚ ਕਦੋਂ ਫਸਦਾ? ਮਹਾਰਾਜ ਕਹਿੰਦੇ ਜਬ ਕਿਸ ਕਉ ਇਹੋ ਜਾਨਸ ਮੰਦਾ। ਜਦੋਂ ਇਹ ਦੂਸਰਿਆਂ ਨੂੰ ਮੰਦਾ ਤੇ ਆਪਦੇ ਆਪ ਨੂੰ ਕੁਛ ਸਪੈਸ਼ਲ ਸਮਝਦਾ, ਆਪਦੇ ਆਪ ਨੂੰ ਚੰਗਾ ਸਮਝਦਾ। ਔਰਨ ਕਉ ਲਗ ਮਾਤ, ਆਪਸ ਕਉ ਦੀਰਘ ਕਰ ਮਾਨੈ, ਔਰਨ ਕੋ ਲਗ ਮਾਤ। ਜਦੋਂ ਇਹ ਦੂਸਰਿਆਂ ਨੂੰ ਮੰਦਾ ਤੇ ਆਪਦੇ ਆਪ ਨੂੰ ਖਾਸ ਉੱਤਮ ਨਫੀਸ ਸਮਝਦਾ, ਤਬ ਸਗਲੇ ਇਸ ਮੇਲੇ ਫੰਦਾ, ਤਾਂ ਫਿਰ ਇਸ ਨੂੰ ਫੰਦੇ ਦੇ ਵਿੱਚ ਫਸਦਾ। ਮੇਰ ਤੇਰ ਜਬ ਇਨਹਿ ਚੁਕਾਈ। ਜਿਵੇਂ ਹੀ ਸਾਡਾ ਹਿਰਦਾ ਮੇਰਾ ਤੇ ਤੇਰਾ, ਇਹ ਬਹੁਤ ਸ਼ਬਦ ਸਾਡੀ ਜ਼ਿੰਦਗੀ 'ਚ ਕ੍ਰਾਂਤੀਕਾਰੀ ਨੇ। ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡਾ ਪੜ੍ਹਿਆ ਹੋਇਆ ਪਾਠ, ਜਦੋਂ ਅਸੀਂ ਕਹਿੰਦੇ ਹਾਂ ਸਾਡਾ ਜਪਿਆ ਹੋਇਆ ਨਾਮ, ਸਾਡੀ ਕੀਤੀ ਹੋਈ ਸੇਵਾ ਫਲੀਭੂਤ ਨਹੀਂ ਹੋਈ, ਉਹਦਾ ਕਾਰਨ ਆਹ ਆ। ਮਹਾਰਾਜ ਕਹਿੰਦੇ ਮੇਰ ਤੇਰ। ਇਨਸਾਨ ਮੇਰ ਤੇਰ ਦੇ ਵਿੱਚ ਰਹਿੰਦਾ ਆ। ਮੇਰਾ ਔ ਤੇਰਾ, ਤੇਰਾ ਔ ਮੇਰਾ, ਅਸੀਂ ਹੋਰ ਤੁਸੀਂ ਹੋਰ, ਔ ਸਾਡੇ ਔ ਤੁਹਾਡੇ, ਅਸੀਂ ਬੇਗਾਨੇ। ਜਿੰਨਾ ਚਿਰ ਤੱਕ ਇਨਸਾਨ ਮੇਰੇ ਬੇਗਾਨੇ ਦੀ ਨਫ਼ਰਤ ਦੇ ਵਿੱਚ ਰਹਿੰਦਾ, ਉਦੋਂ ਇਨਸਾਨ ਫੰਦੇ ਦੇ ਵਿੱਚ ਰਹਿੰਦਾ। ਗੁਰੂਦੇਵ ਜੀ ਨੇ ਸਾਨੂੰ ਇਹ ਬਹੁਤ ਡਿਟੇਲ ਦੇ ਵਿੱਚ ਸਮਝਾਇਆ। ਮੇਰਾ ਤੇਰਾ ਛੋਡੀਏ ਭਾਈ। ਜੇ ਤੂੰ ਤਰੱਕੀ ਕਰਨੀ ਚਾਹੁੰਦਾ ਜ਼ਿੰਦਗੀ ਦੇ ਵਿੱਚ, ਤੂੰ ਕੋਈ ਮਾਨਸਿਕ ਮਸ਼ੱਕਤ ਘੱਲਣੀ ਚਾਹੁੰਦਾ, ਤਾਂ ਪਹਿਲਾ ਸਟੈਪ ਤੈਨੂੰ ਮੇਰਾ ਤੇਰਾ ਛੱਡਣਾ ਪਊਗਾ। ਮੇਰਾ ਤੇਰਾ ਛੋਡੀਏ ਭਾਈ, ਹੋਈਏ ਸਭ ਕੀ ਧੂਰ। ਸਭ ਦੀ ਧੂਰ ਹੋਣ ਦੀ ਗੱਲ ਮਹਾਰਾਜ ਨੇ ਕਰੀ। ਹੋ ਸਭਨ ਕੀ ਰੇਣਕਾ, ਤਉ ਆਓ ਹਮਾਰੇ ਪਾਸ, ਹੈ ਨਾ। ਮੇਰ ਤੇਰ ਜਬ ਇਨਹਿ ਚਕਾਈ, ਤਾ ਤੇ ਇਸ ਸੰਗ ਨਹੀਂ ਬਹਿਰਾਈ। ਨਾ ਕੋ ਵੈਰੀ ਨਾਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਮਹਾਰਾਜ ਕਹਿੰਦੇ ਕਿ ਬੈਰੀ ਕਦੋਂ ਬਣਦੇ ਨੇ? ਜਦੋਂ ਮੇਰਾ ਤੇਰਾ, ਜਦੋਂ ਮੇਰੇ ਤੇਰੇ ਤੋਂ ਤੇਰੀ ਸੁਰਤ ਉੱਪਰ ਉੱਠ ਗਈ, ਫਿਰ ਕੋਈ ਬੈਰੀ ਨਹੀਂ, ਕੋਈ ਬੇਗਾਨਾ ਨਹੀਂ। ਪਰ ਮਹਾਰਾਜ ਇਹ ਸੰਭਵ ਕਿੱਦਾਂ ਹੋਊ? ਉਹ ਕਹਿੰਦੇ ਭਾਈ ਮਨ ਪ੍ਰਬੁੱਧ ਹੋ, ਮਨ ਨੂੰ ਸਮਝਾਉਣਾ ਕਰ। ਹਰ ਕੈ ਨਾਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਲੈ ਕੇ ਨਾ ਆਪਦੇ ਮਨ ਨੂੰ ਸਮਝਾਉਣਾ ਕਰ, ਪ੍ਰਬੋਧਣਾ ਕਰ, ਇਹਨੂੰ ਖੋਜਿਆ ਕਰ, ਹਰ ਰੋਜ਼ ਖੋਜਿਆ ਕਰ। ਬੰਦੇ ਖੋਜ ਦਿਲ ਹਰ ਰੋਜ਼, ਮਨ ਪ੍ਰਬੁੱਧ ਹੋ ਹਰ ਕੈ ਨਾਏ। ਉਹਦੇ ਨਾਲ ਮਹਾਰਾਜ ਕੀ ਹੋਏਗਾ? ਇਹਨੂੰ ਦਹਿ ਦਿਸ ਧਾਵਤ। ਜਿਹੜਾ ਇਹ ਦਹਾਂ ਦਿਸ਼ਾਂ ਦੇ ਵਿੱਚ ਭਟਕਦਾ ਫਿਰਦਾ, ਹਰ ਰੋਜ਼ ਦੁਖੀ ਹੁੰਦਾ, ਦੂਜਿਆਂ ਨੂੰ ਦੁਖੀ ਕਰਦਾ, ਤੈਨੂੰ ਦੁਖੀ ਕਰਦਾ, 100 ਸਿਆਪੇ ਪਾ ਕੇ ਉੱਠਦਾ, 100 ਸਿਆਪੇ ਪਾ ਕੇ ਇਹ ਦੂਜਿਆਂ ਨੂੰ ਉਠਾਉਂਦਾ। ਇਸ ਨੂੰ ਪ੍ਰਬੋਧਨਾ ਕਰ, ਇਹਨੂੰ ਖੋਜਣਾ ਕਰ, ਇਹ ਇੰਨਾ ਦੁਖੀ ਕਿਉਂ ਆ? ਫਿਰ ਕੀ ਹੋਏਗਾ ਜੀ? ਦਹਿ ਦਿਸ ਧਾਵਤ ਆਵੈ ਠਾਏ। ਇਹ ਟਿਕ ਕੇ ਬਹਿ ਜਾਏਗਾ। ਕਾਹਦੇ ਨਾਲ ਟਿਕ ਕੇ ਬਹਿ ਜਾਏਗਾ? ਖੋਜ ਦੇ ਨਾਲ। ਜਦੋਂ ਇਹ ਟਿਕ ਗਿਆ, ਤਾ ਕੋ ਬਿਗਨ ਨਾ ਲਾਗੈ ਕੋਈ, ਜਾ ਕੇ ਹਿਰਦੈ ਵਸੈ ਹਰ ਸੋਏ। ਪਰਮਾਤਮਾ ਕਿਹੜੇ ਹਿਰਦੇ ਵਿੱਚ ਵਸਦਾ? ਜਿਹੜਾ ਹਿਰਦਾ ਗੁਰੂ ਦੀ ਮੱਤ ਲੈ ਕੇ ਆਪਦੇ ਮਨ ਨੂੰ ਖੋਜਦਾ। ਜਦੋਂ ਹੀ ਗੁਰੂਦੇਵ ਜੀ ਦੀ ਮੱਤ ਦੇ ਨਾਲ ਅਸੀਂ ਮਨ ਨੂੰ ਖੋਜਦੇ ਹਾਂ, ਮਹਾਰਾਜ ਨੇ ਸਾਨੂੰ ਕਿਹਾ ਕਿ ਮਨ ਜੀਤੈ ਜਗ ਜੀਤ। ਜਿਨ੍ਹਾਂ ਨੇ ਮਨ ਨੂੰ ਖੋਇਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਆਪਦੇ ਮੂਲ ਤੱਕ ਪਹੁੰਚ ਗਏ, ਆਪਣੇ ਆਪ ਦੀ ਪਹਿਚਾਣ ਤੱਕ ਪਹੁੰਚ ਗਏ। ਕਲ ਤਾਤੀ ਠਾਡਾ ਹਰ ਨਾਉ। ਕਲ ਤਾਤੀ, ਕਲਯੁਗ ਦੇ ਵਿੱਚ ਤੱਤੀ ਜਿਹੜਾ ਇਹ ਐਨਵਾਇਰਨਮੈਂਟ ਬਣਿਆ ਹੋਇਆ ਅੱਜ ਦਾ, ਕਲ ਤਾਤੀ ਠਾਡਾ ਹਰ ਨਾਉ। ਪਰਮਾਤਮਾ ਦਾ ਨਾਮ
ਭਾਈ ਠੰਡਾ ਜਦੋਂ ਅਸੀਂ ਬਾਹਰੀ ਦੁਨੀਆ ਨੂੰ ਦੇਖਦੇ ਹਾਂ ਉਹ ਤੱਤੀ ਹੋਈ ਪਈ ਆ, ਪਰ ਇਹ ਠੰਡ ਕਿੱਦਾਂ ਵਰਤੂਗੀ ਸਾਡੇ ਹਿਰਦੇ ਵਿੱਚ। ਗੁਰੂ ਅਰਜਨ ਦੇਵ ਜੀ ਕਹਿੰਦੇ ਸਿਮਰ 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 ਕਰ, ਟਿਕਾ ਨਾਲ ਕਰ ਸਿਮਰਨ। ਵਾਹਿਗੁਰੂ 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 ਵਾਹਿਗੁਰੂ। ਆਪਦੇ ਆਪ ਨਾਲ ਜੁੜ ਕੇ ਜਦੋਂ ਵਾਹਿਗੁਰੂ ਕਹਿਣਾ, ਗੁਰੂ ਜੀ ਤੇਰੀ ਆਵਾਜ਼ ਨੂੰ ਸੁਣ ਰਹੇ ਨੇ, ਉਹ ਤੇਰੀ ਬਾਹਰੀ ਆਵਾਜ਼ ਨੂੰ ਵੀ ਸੁਣ ਰਹੇ ਨੇ ਅਤੇ ਤੇਰੇ ਮਨ ਵਿੱਚ ਨੂੰ ਵੀ ਜਾਣ ਰਹੇ ਨੇ। ਤੇਰੇ ਮਨ ਵਿੱਚ ਕੀ ਆ? ਸਿਮਰ ਸਿਮਰ ਸਦਾ ਸਦਾ ਦੇ ਲਈ ਸੁੱਖ ਪਾਓ। ਪਾਓ ਦਾ ਮਤਲਬ ਤੇਰੀ ਝੋਲੀ 'ਚ ਪੈ ਜਾਏਗਾ। ਕੀ ਪੈ ਜਾਏਗਾ? ਜੋਤ ਸਰੂਪ। ਕੀ ਤੇਰੀ ਝੋਲੀ 'ਚ ਪੈ ਜਾਏਗਾ? ਪ੍ਰਕਾਸ਼ ਤੇਰੀ ਝੋਲੀ 'ਚ ਪੈ ਜਾਏਗਾ। ਕੀ ਤੇਰੀ ਝੋਲੀ 'ਚ ਪੈ ਜਾਏਗਾ? ਸੁੱਖ। ਜੋ ਸੁੱਖ ਕਹੋ ਚਾਹੇ ਸਦਾ, ਸਰਨ ਰਾਮ ਕੀ ਲੈ। ਭਾਉ ਬਿਨਸੈ ਪੂਰਨ ਹੋਏ ਆਸ। ਜ਼ਿੰਦਗੀ ਦੇ ਡਰ ਨੇ ਜਿਹੜੇ ਭਾਈ ਉਹ ਤੇਰੇ ਖਤਮ ਹੋ ਜਾਣਗੇ। ਪੂਰਨ ਆਸ ਹੋ ਜਾਏਗੀ ਤੇਰੀ। ਭਗਤ ਭਾਏ ਆਤਮ ਪ੍ਰਗਾਸ। ਭਗਤ ਭਾਏ ਪ੍ਰੇਮ ਦੇ ਨਾਲ, ਪ੍ਰੇਮਾ ਭਗਤ ਦੇ ਵਿੱਚ ਆ ਕੇ ਤੇਰਾ ਆਤਮ ਆ ਜਿਹੜਾ, ਆਤਮ ਦਾ ਮਤਲਬ ਹੁਣ ਇੱਥੇ ਮਨ ਹੋ ਗਿਆ, ਤੇਰੇ ਮਨ ਦੇ ਵਿੱਚ, ਤੇਰੇ ਹਿਰਦੇ ਦੇ ਵਿੱਚ ਪ੍ਰਗਾਸ ਹੋ ਜਾਏਗਾ। ਤਿਤ ਘਰ ਜਾਏ ਬਸੈ ਅਵਿਨਾਸੀ। ਉੱਥੇ ਪਰਮਾਤਮਾ ਬਸਦਾ। ਕਹੋ ਨਾਨਕ ਕਾਟੀ ਜਮ ਫਾਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਵੇਰੋ। ਅੰਤਰਜਾਮੀ ਪੁਰਖ ਵਿਧਾਤੇ। ਹੇ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ, ਤੂੰ ਪੁਰਖ ਵਿਧਾਤਾ ਪੁਰਖ ਆ। ਤੂੰ ਮੇਰੇ ਅੰਦਰ ਦੀ ਇੱਕ ਸਰਦਾ। ਹੁਣ ਇੱਥੇ ਸਰਦਾ ਕੀ ਹੋ ਗਈ ਜੀ? ਇੱਥੇ ਇੱਛਾ ਹੈ ਮੇਰੇ ਮਨ ਦੇ ਵਿੱਚ। ਮੇਰੇ ਮਨ ਦੇ ਵਿੱਚ ਇੱਕ ਆਸ ਆ, ਉਹਦਾ ਜਿਹੜਾ ਨਵੇਰਾ ਆ, ਉਸ ਇੱਛਾ ਦੀ ਮੇਰੀ ਅਰਦਾਸ ਪਰਮਾਤਮਾ ਤੇਰੇ ਕੋਲ ਆ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਮੇਰੇ ਮਨ ਦੀ ਇੱਛਾ ਪੂਰੀ ਕਰ। ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਵੇਰੋ। ਮੈਨੂੰ ਪਤਾ ਪਰਮਾਤਮਾ ਤੂੰ ਮੇਰੇ ਮਨ ਦੀਆਂ ਗੱਲਾਂ ਨੂੰ ਜਾਣਦਾ ਆ। ਹੁਣ ਤੇਰੇ ਕੋਲੇ ਹੀ ਉਹ ਗੱਲਾਂ ਨੂੰ ਮੈਂ ਰੱਖਦਾ। ਮੈਂ ਮੰਨਦਾ ਕਿ ਪਰਮਾਤਮਾ ਤੂੰ ਮੈਨੂੰ ਜਾਣਦਾ। ਮੇਰੇ ਮਨ ਦੀਆਂ ਗੁੱਝੀਆਂ ਗੱਲਾਂ ਨੂੰ ਤੂੰ ਜਾਣਦਾ। ਬਖਸ਼ ਲਿਓ ਸਾਹਿਬ ਪ੍ਰਭ ਆਪਣੇ, ਲਾਖ ਖੱਤੇ ਕਰ ਫੇਰੋ। ਆਹ ਪਤਾ ਮੈਨੂੰ ਮੇਰੇ ਹਿਰਦੇ ਦੇ ਵਿੱਚ ਕੀ ਕੁਛ ਆ। ਲਾਖ ਖਤੇ ਹੁੰਦੇ ਨੇ ਗੁਨਾਹ, ਖਤੇ ਹੁੰਦੇ ਨੇ ਪਾਪ। ਅਸੀਂ ਹਰ ਰੋਜ਼ ਫੇਰੋ ਕਰਦੇ ਹਾਂ, ਹਰ ਰੋਜ਼ ਪਾਪ ਕਮਾਉਂਦੇ ਹਾਂ। ਪਰ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਪਰ ਤੇਰੇ ਕੋਲੇ ਹੀ ਮੇਰੀ ਅਰਦਾਸ ਆ। ਪ੍ਰਭ ਜੀ ਤੂੰ ਮੇਰੋ ਠਾਕੁਰ ਨੀਰੋ। ਅਕਾਲ ਪੁਰਖ ਵਾਹਿਗੁਰੂ ਜੀ ਤੂੰ ਮੇਰਾ ਠਾਕੁਰ ਆ। ਠਾਕ ਜਿਵੇਂ ਆਪਾਂ ਪਹਿਲਾਂ ਪੜ੍ਹਿਆ ਸੀ ਨਾ, ਸ਼ਬਦ ਦੇ ਵਿੱਚ ਆਇਆ ਸੀ ਕਿ ਦਹਿ ਦਿਸ ਧਾਵਤ ਆਵੇ ਠਾਏ, ਮਨ ਪ੍ਰਬੋਧੋ ਹਰ ਕੇ ਨਾਏ। ਦਹਿ ਦਿਸ ਧਾਵਤ ਆਵੇ ਠਾਏ। ਠਾਕ ਜਮਾ ਕੁਰ। ਠਾਕ ਹੁੰਦਾ ਰੋਕ ਦੇਣਾ, ਕੁਰ ਹੁੰਦਾ ਮਨ। ਮਨ ਦੇ ਭਟਕਣਾ ਨੂੰ ਰੋਕਣ ਵਾਲੇ ਪਰਮਾਤਮਾ ਤੂੰ ਮੇਰੇ ਨੇੜੇ ਆ। ਨੇਰੋ ਦਾ ਮਤਲਬ ਨੇੜੇ ਵਸਦਾ ਤੂੰ ਮੇਰੇ। ਪ੍ਰਭ ਜੀ ਤੂੰ ਮੇਰੋ ਠਾਕੁਰ ਨੀਰੋ, ਹਰ ਚਰਨ ਸਰਣ ਮੋਹੇ ਚੇਰੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮੈਂ ਤੇਰੇ ਸ਼ਰਨ, ਮੈਂ ਤੇਰੇ ਚਰਨਾਂ ਦੀ, ਤੇਰੀ ਬਾਣੀ ਦੀ ਸ਼ਰਨ ਦੇ ਵਿੱਚ ਆਇਆ। ਹੁਣ ਮੈਂ ਮੇਰੇ ਮਨ ਨੂੰ ਤੇਰਾ ਚੇਰਾ, ਭਾਵ ਮੈਂ ਤੇਰੀ ਓਟ, ਤੇਰਾ ਚੇਰਾ ਬਣਦਾ। ਮੈਂ ਮੇਰੇ ਮਨ ਨੂੰ ਚੇਲਾ ਬਣਾਉਣਾ। ਮੈਂ ਮੇਰੀ ਸੁਰਤ ਨੂੰ ਚੇਲਾ ਬਣਾਉਣਾ। ਸ਼ਬਦ ਨੂੰ ਕੀ ਬਣਾਉਣਾ? ਗੁਰੂ ਬਣਾਉਣਾ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਬੇਸ਼ੁਮਾਰ ਬੇਅੰਤ ਸੁਆਮੀ, ਉੱਚੋ ਗੁਣੀ ਗਹਿਰੋ। ਤੁਸੀਂ ਪਰਮਾਤਮਾ ਜੀ ਗਹਿਰੋ ਹੁੰਦਾ ਗੰਭੀਰਤਾ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ। ਜਿੰਨਾ ਕੋਈ ਗਹਿਰ ਗੰਭੀਰ ਹੋਏਗਾ ਇਨਸਾਨ, ਓਨਾ ਹੀ ਗੁਣਾਂ ਦਾ ਗਹੀਰ ਹੋਏਗਾ, ਖਜ਼ਾਨਾ ਹੋਏਗਾ। ਗਹਿਰੋ ਦਾ ਮਤਲਬ ਖਜ਼ਾਨਾ ਹੋ ਗਿਆ। ਬੇਸ਼ੁਮਾਰ ਬੇਅੰਤ ਸੁਆਮੀ, ਉੱਚੋ ਗੁਣੀ ਗਹਿਰੋ। ਗੁਣੀ ਹੋ ਗਏ ਗੁਣਾਂ ਨਾਲ ਭਰਪੂਰ। ਬੇਸ਼ੁਮਾਰ
ਬੇਅੰਤ ਸੁਆਮੀ। ਆਪ ਜੀ ਵਾਹਿਗੁਰੂ ਜੀ ਗੁਣਾਂ ਦਾ ਗਹਿਰਿਆਂ ਸਮੁੰਦਰਿਆਂ ਖਜ਼ਾਨਿਆਂ ਪਰਮਾਤਮਾ ਜੀ। ਗਹਿਰੋ ਦਾ ਦੂਜਾ ਭਾਵ ਬਣ ਗਿਆ ਗੰਭੀਰਿਆਂ ਪਰਮਾਤਮਾ ਜੀ। ਇਸ ਕਰਕੇ ਮੇਰੀ ਆਪ ਜੀ ਅੱਗੇ ਇੱਕ ਬੇਨਤੀ ਆ, ਮੇਰੀ ਆਪ ਜੀ ਅੱਗੇ ਇੱਕ ਅਰਦਾਸ ਆ, ਮੇਰੀ ਆਪ ਜੀ ਅੱਗੇ ਇੱਕ ਬੇਨਤੀ ਆ। ਕੀ ਬੇਨਤੀ ਹੈ ਜੀ? ਕਾਟ ਸਿਲਕ ਹੁੰਦੀ ਆ ਫਾਹੀ। ਕਾਟ ਮੇਰੇ ਜਿਹੜੀ ਮੈਨੂੰ ਇਹ ਬੰਧਨਾਂ ਦੀ ਫਾਹੀ ਪਈ ਆ, ਜਨਮ ਮਰਨ ਦੀ ਫਾਹੀ ਪਈ ਹੋਈ ਆ। ਹਰ ਰੋਜ਼ ਕ੍ਰੋਧ ਦੀ ਫਾਹੀ ਪੈਂਦੀ ਆ, ਹੰਕਾਰ ਦੀ ਫਾਹੀ ਪੈਂਦੀ ਆ, ਲੋਭ ਦੀ ਫਾਹੀ ਪੈਂਦੀ ਆ, ਮੋਹ ਦੀ ਫਾਹੀ ਪੈਂਦੀ ਆ। ਕੀਨੋ ਆਪਣੋ ਦਾਸਰੋ, ਮੈਨੂੰ ਮੇਰੀ ਇਹ ਫਾਹੀ ਕੱਟ ਕੇ ਵਾਹਿਗੁਰੂ ਜੀ ਮੈਨੂੰ ਆਪਣਾ ਦਾਸਰ ਬਣਾ ਲਾ, ਮੈਨੂੰ ਆਪਦਾ ਬਣਾ ਲਾ। ਤਉ ਨਾਨਕ ਕਹਾ ਨਹਿਰੋ ਹੁੰਦਾ ਅਹਿਸਾਨ। ਫਿਰ ਮੈਨੂੰ ਕਿਸੇ ਦਾ ਅਹਿਸਾਨ ਨਹੀਂ ਰਹੂਗਾ। ਫਿਰ ਜਦੋਂ ਮੈਂ ਤੇਰਾ ਬਣ ਗਿਆ, ਇੱਕ ਦਾ ਹੋ ਗਿਆ, ਇੱਕ ਦਾ ਹੋ ਜਾਣਾ ਹੀ ਜੀਵਨ ਦਾ ਪਰਪਜ ਆ, ਇੱਕ ਦੇ ਹੋ ਜਾਣ ਵਾਲਾ ਹੀ ਜੀਵਨ ਦਾ ਪਰਪਜ ਆ। ਇਸੇ ਕਰਕੇ ਮਹਾਰਾਜ ਨੇ ਸਾਨੂੰ ਇੱਕ ਓਅੰਕਾਰ ਦੇ ਨਾਲ ਜੋੜਿਆ। ਹੁਣ ਆਪਾਂ ਦੇਖਣਾ ਇਹ ਅੱਜ ਕਿ ਕੀ ਸਾਡੀ ਫਾਹੀ ਕੱਟੀ ਗਈ? ਕੀ ਸਾਨੂੰ ਇਹ ਪਤਾ ਲੱਗ ਗਿਆ ਕਿ ਪਰਮਾਤਮਾ ਮੇਰੇ ਅੰਦਰ ਦੀ ਗੱਲ ਜਾਣਦਾ ਅਤੇ ਮੈਂ ਉਸ ਅੱਗੇ ਅਰਦਾਸ ਕਰਨੀ ਆ? ਕੀ ਮੈਨੂੰ ਇਸ ਗੱਲ ਦੀ ਸਮਝ ਹੈਗੀ ਆ ਕਿ ਮੈਨੂੰ ਪਰਮਾਤਮਾ ਜੀ ਮਾफ़ ਕਰ ਦੇਣਗੇ? ਉਹ ਦੀਨ ਦਿਆਲ ਆ, ਉਹ ਕਰੁਣਾਲੇ ਆ। ਕੀ ਮੈਨੂੰ ਇਹ ਪਤਾ ਲੱਗ ਗਈ ਗੱਲ? ਕੀ ਮੈਂ ਰੈਡੀ ਹਾਂ ਉਸ ਗੁਣੀ ਗਹੀਰਾ ਦੇ ਅੱਗੇ ਆਪਦੇ ਆਪ ਨੂੰ ਸਮਰਪਿਤ ਕਰਨ ਦੇ ਵਾਸਤੇ? ਗੁਰੂ ਮਹਾਰਾਜ ਜੀ ਕਿਰਪਾ ਕਰਨ। ਅੱਜ ਦਾ ਦਿਹਾੜਾ ਸਾਡਾ ਉਸ ਬੇਸ਼ੁਮਾਰ ਬੇਅੰਤ ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਜਿਹੜਾ ਬੇਸ਼ੁਮਾਰ ਆ, ਜਿਹੜਾ ਕੋਈ ਗਿਣਤੀ ਮਿਣਤੀ ਤੋਂ ਰਹਿਤ ਆ, ਜਿਹੜਾ ਉੱਚਾ ਆ, ਜਿਹੜਾ ਗੁਣੀ ਆ, ਜਿਹੜਾ ਗੁਣਾਂ ਦਾ ਗਹੀਰ ਆ, ਜਿਹੜਾ ਗੁਣਾਂ ਦਾ ਖਜ਼ਾਨਾ, ਜਿਹੜਾ ਗੁਣਾਂ ਦਾ ਸਮੁੰਦਰ ਆ। ਅੱਜ ਅਸੀਂ ਉਸ ਦੇ ਸ਼ੁਕਰਾਨੇ ਦੇ ਵਿੱਚ ਦਿਨ ਨੂੰ ਕੱਢੀਏ। ਜਿਵੇਂ ਜਿਵੇਂ ਸਾਨੂੰ ਉਸ ਪਰਮਾਤਮਾ ਦਾ ਸ਼ੁਕਰਾਨਾ ਵੱਧਦਾ ਜਾਏਗਾ, ਸਾਡੇ ਜੀਵਨ ਵਿੱਚ ਗੁਣਾਂ ਦਾ ਪ੍ਰਭਾਵ ਵੱਧਦਾ ਜਾਏਗਾ, ਸਾਡੇ ਜੀਵਨ ਵਿੱਚ ਜ਼ਿਆਦਾ ਗੁਣ ਆਉਂਦੇ ਰਹਿਣਗੇ ਅਤੇ ਸਾਨੂੰ ਇਹ ਕਹਿਣ ਦੀ ਹਿੰਮਤ ਆ ਜਾਏਗੀ, ਤਉ ਨਾਨਕ ਕਹਾ ਨਹਿਰੋ। ਪਰਮਾਤਮਾ ਮੈਂ ਤੇਥੋਂ ਬਿਨਾਂ, ਇੱਕ ਓਅੰਕਾਰ ਮੈਂ ਤੇਥੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਲੈਣਾ। ਅਤੇ ਮੇਰੀ ਇਹ ਜਿਹੜੀ ਫਾਹੀ ਆ, ਇਹ ਸਿਲਕ ਆ, ਇਹ ਜਮਾਂ ਦੀ ਸਿਲਕ ਆ, ਇਹ ਜਿਹੜੀ ਮੇਰੀ ਜੰਮਣ ਮਰਨ ਦੀ ਸਿਲਕ ਆ। ਪਰਮਾਤਮਾ ਜੀ ਇਹਨੂੰ ਕੱਟੋ, ਕਿਉਂਕਿ ਹੁਣ ਮੈਂ ਤੇਰਾ ਹੋ ਗਿਆ, ਮੇਰਾ ਤੇਰੇ ਬਿਨਾਂ ਕੋਈ ਨਹੀਂ ਹੈਗਾ। ਗੁਰੂ ਮਹਾਰਾਜ ਸਾਨੂੰ ਇਹ ਬਖਸ਼ਿਸ਼ ਕਰਨ। ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਪਰ ਨ ਤੇਰੀ ਬਾਤੇ।